ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਆਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਦਾ ਮੇਰਾ ਨਾਮ ਹੈ ਫਨਕਾਰ ਤੇ ਰੇਸ ਅਕੈਡਮੀ ਆਫੀਸ਼ੀਅਲ ਤੇ ਤੁਹਾਡਾ ਸਵਾਗਤ ਹੈ। ਸੋ ਆਖਰੀ 7 ਦਿਨਾਂ ਦੀ ਕੀ ਸਟ੍ਰੈਟਜੀ ਹੋਣੀ ਚਾਹੀਦੀ ਆ ਵੀ ਆਖਰੀ 7 ਦਿਨਾਂ ਦੇ ਵਿੱਚ ਤੁਸੀਂ ਉਹ ਕੀ ਕਰ ਸਕਦੇ ਹੋ ਜਿਹੜਾ ਪੂਰੇ ਸਾਲ ਦੇ ਵਿੱਚ ਜਾਂ ਪਿਛਲੇ 7 ਮਹੀਨਿਆਂ ਤੋਂ ਤੁਸੀਂ ਨਹੀਂ ਕੀਤਾ। ਆਪਣੇ ਆਪ ਦੇ ਵਿੱਚ ਇਹ ਚੀਜ਼ਾਂ ਕੌੜੀਆਂ ਲੱਗਣਗੀਆਂ ਹੁਣ ਜਿਹੜੀਆਂ ਮੈਂ ਬੋਲੂੰਗਾ, ਪਰ ਫਿਰ ਠੀਕ ਆ, ਉਹੀ ਗੱਲ ਹੈ ਕਿ ਇਹੋ ਜਿਹੇ ਵੀਡੀਓਜ਼ ਪਾਉਣੀਆਂ ਪੈਂਦੀਆਂ ਕਿਉਂਕਿ ਆਸੇ-ਪਾਸੇ ਤਾਂ ਇਹਨਾਂ ਚੀਜ਼ਾਂ ਦਾ ਹੀ ਜ਼ਿਆਦਾ ਭੰਡਾਰ ਹੈ, ਰਾਈਟ। ਤਾਂ 7 ਦਿਨਾਂ ਦੀ ਸਟ੍ਰੈਟਜੀ ਬੇਸਿਕਲੀ ਉਹਨਾਂ ਵਾਸਤੇ ਹੀ ਕੰਮ ਕਰ ਸਕਦੀ ਹੈ ਭਾਈ ਜਿਨ੍ਹਾਂ ਨੇ ਪਿਛਲੇ 7 ਮਹੀਨਿਆਂ ਤੋਂ ਜਾਂ ਪਿਛਲੇ ਸਾਲ ਤੋਂ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਕੀਤੀ ਆ। ਪਹਿਲਾਂ ਤੁਸੀਂ ਜੇਕਰ ਨਹੀਂ ਪੜ੍ਹੇ ਤਾਂ ਆਖਰੀ 7 ਦਿਨਾਂ ਦੀ ਸਟ੍ਰੈਟਜੀ ਬਾਹਲੀ ਜ਼ਿਆਦਾ ਕੰਮ ਨਹੀਂ ਆਉਣ ਵਾਲੀ। ਹਾਂ, ਕਿਸਮਤ ਬਾਹਲੀ ਹੀ ਜ਼ਿਆਦਾ ਚੰਗੀ ਹੋਈ ਤਾਂ ਓਬਵੀਅਸ ਗੱਲ ਆ ਤੁਹਾਡੇ ਇਹ 7 ਦਿਨਾਂ ਦੀ ਸਟ੍ਰੈਟਜੀ ਭਾਵੇਂ ਕਰੋ ਨਾ ਕਰੋ ਤੁਹਾਡਾ ਪੇਪਰ ਵੈਸੇ ਵੀ ਕਰੈਕ ਹੋ ਜਾਣਾ। ਅਗਰ ਤੁਹਾਡਾ ਬੇਸ ਵਗੈਰਾ ਪਹਿਲਾਂ ਤੋਂ ਸਟਰੋਂਗ ਹੈ ਜਾਂ ਤੁਸੀਂ ਪਹਿਲਾਂ ਪੜ੍ਹਾਈ ਕਰ ਰੱਖੀ ਹੈ, ਥੋੜਾ ਬਹੁਤ ਗੈਪ ਪੈ ਗਿਆ, ਉਹ ਚੀਜ਼ਾਂ ਵੱਖਰੀਆਂ ਨੇ, ਰਾਈਟ। ਤਾਂ ਇਹਦੇ ਵਿੱਚ ਜਿਵੇਂ ਤੁਹਾਨੂੰ ਇੱਕ ਤਾਂ ਨਾਈਲਟ ਦਿਖ ਰਿਹਾ ਹੋਊਗਾ, ਇੱਕ ਮੌਕ ਟੈਸਟ ਤੇ ਕੁਐਸਚਨ ਮਾਰਕ ਦਿਖ ਰਿਹਾ, ਇਹਨਾਂ ਦੋਨਾਂ ਚੀਜ਼ਾਂ ਬਾਰੇ ਹੀ ਗੱਲ ਕਰਨੀ ਹੈ ਐਂਡ ਪਲੱਸ ਰਿਵੀਜ਼ਨ ਕਿਵੇਂ ਕਰਨੀ ਹੈ ਤੁਸੀਂ ਜੋ ਪੜ੍ਹਿਆ ਹੋਇਆ ਉਹਦੇ ਬਾਰੇ ਥੋੜੀ ਜਿਹੀ ਗੱਲ ਇੱਥੇ ਕਰਕੇ ਜਾਊਂਗਾ। ਜ਼ਿਆਦਾ ਟਾਈਮ ਵੇਸਟ ਨਾ ਮੈਂ ਕਰਦਾ ਤੇ ਨਾ ਮੈਨੂੰ ਕਰਨ ਦਾ ਸ਼ੌਂਕ ਹੈ। ਬਹੁਤ ਸਿੰਪਲ ਜਿਹੀਆਂ ਗੱਲਾਂ ਕਰਾਂਗੇ। ਪਹਿਲਾਂ ਆਪਾਂ ਨਾਈਲਟ ਦੀ ਗੱਲ ਕਰਦੇ ਹਾਂ। ਆਹ ਜਿਹੜੀ ਨਾਈਲਟ ਏਜੰਸੀ ਹੈ, ਇਹ ਨਾਈਲਟ ਏਜੰਸੀ ਦਾ ਮਤਲਬ ਕੀ ਹੈ? ਪਹਿਲੀ ਗੱਲ ਤਾਂ ਚਲੋ ਮੈਂ ਛੱਡੋ ਪਰ ਲਿਖਣ ਪਰ ਮੈਂ ਸਿੱਧਾ ਹੀ ਦੱਸਦਾ। ਨਾਈਲਟ ਦੀ ਜੇਕਰ ਮੈਂ ਗੱਲ ਕਰਾਂ, ਇਹ ਬਹੁਤ ਸਿੰਪਲ ਤਰੀਕੇ ਦੇ ਨਾਲ ਕਹਾਂ ਕਿ ਜੇਕਰ ਕੋਈ ਇੰਸਟੀਟਿਊਟ ਆ, ਕੋਈ ਫਲਾਨਾ ਇੰਸਟੀਟਿਊਟ ਆ, ਮੰਨ ਲਓ A ਆ, ਇੱਕ ਇੰਸਟੀਟਿਊਟ B ਆ, ਇੱਕ ਇੰਸਟੀਟਿਊਟ C ਆ, ਇੱਕ D ਆ, 4 ਇੰਸਟੀਟਿਊਟ ਹੋ ਗਏ। ਉਹਨਾਂ ਚਾਰੇ ਇੰਸਟੀਟਿਊਟ ਦੇ ਵਿੱਚ ਪੇਪਰ ਹੁੰਦੇ ਆ, ਹਰ ਰੋਜ਼ ਮੌਕ ਟੈਸਟ ਹੁੰਦੇ ਆ। A ਦੇ ਪੇਪਰ ਪਾਉਣ ਦਾ ਤਰੀਕਾ ਕੁਝ ਵੱਖਰਾ, B ਦੇ ਪੇਪਰ ਪਾਉਣ ਦਾ ਤਰੀਕਾ ਕੁਝ ਵੱਖਰਾ, C ਦੇ ਪੇਪਰ ਪਾਉਣ ਦਾ ਤਰੀਕਾ ਕੁਝ ਵੱਖਰਾ, D ਦੇ ਪੇਪਰ ਪਾਉਣ ਦਾ ਕੁਝ ਤਰੀਕਾ ਵੱਖਰਾ। ਪਰ ਇਹ ਨਹੀਂ ਆਪਾਂ ਕਹਿ ਸਕਦੇ ਕਿ ਭਾਈ ਉਹਨਾਂ ਚਾਰਾਂ ਦੇ ਵਿੱਚ ਆ ਜਿਹੜਾ ਡਿਫਿਕਲਟੀ ਦਾ ਇੰਨਾ ਜ਼ਿਆਦਾ ਮਾਰਜਨ ਹੋਊਗਾ ਕਿ A ਨੇ ਤਾਂ ਭਾਈ ਸਟੇਟਮੈਂਟ ਬੇਸਡ ਕੁਐਸਚਨ ਪਾਤੇ ਐਂਡ ਜਿਹੜਾ D ਆ ਉਹਨੇ ਵਨ ਲਾਈਨਰ ਤੋਂ ਇਲਾਵਾ ਕੁਝ ਪੁੱਛਿਆ ਹੀ ਨਹੀਂ, ਐਂਡ ਜਿਹੜਾ B ਆ ਉਹਨੇ ਇਕੱਲੇ ਹੀ ਕਰੰਟ ਅਫੇਅਰ ਪਾਤੇ, ਐਂਡ ਜਿਹੜਾ C ਆ ਉਹਨੇ ਕਰੰਟ ਅਫੇਅਰ ਛੱਡ ਕੇ ਬਾਕੀ ਸਾਰਾ ਕੁਝ ਪਾਤਾ। ਐਵੇਂ ਪੋਸੀਬਿਲਿਟੀ ਹੈ ਨਹੀਂ। ਤੇ ਜੇ ਐਵੇਂ ਹੈਗਾ ਤਾਂ ਇਹਦਾ ਮਤਲਬ ਉਸ ਪੇਪਰ ਦੇ ਲੈਵਲ ਦੇ ਵਿੱਚ ਵੀ ਫਰਕ ਹੈ। ਯਾਨੀ ਇਹ ਹੋ ਸਕਦਾ ਕਿ ਜਿਹੜਾ A ਪੇਪਰ ਪਾਉਂਦਾਗਾ ਉਹ ਕਿਸੇ UPSC ਪੈਟਰਨ ਦਾ ਪਾਉਂਦਾ ਹੋਵੇ, D ਜਿਹੜਾ ਪੇਪਰ ਜਿਹਨੇ ਵਨ ਲਾਈਨਰ ਕੁਐਸਚਨ ਪਾਇਆ ਹੋ ਸਕਦਾ ਉਹਨੇ ਭਾਈ ਕੋਈ ਕਲੈਰੀਕਲ ਲੈਵਲ ਦਾ ਪੇਪਰ ਪਾਇਆ ਹੋਵੇ, ਜਿਹੜਾ B ਆ ਜੇ ਉਹਨੇ ਕਰੰਟ ਅਫੇਅਰ ਜ਼ਿਆਦਾ ਪਾਤੇ ਇਹਦਾ ਮਤਲਬ ਹੋ ਸਕਦਾ ਉਹਨੇ ਬੈਂਕ ਬੇਸਡ ਪੇਪਰ ਪਾਤਾ ਹੋਵੇ, ਜਿਹੜਾ C ਆ ਜਿਹਨੇ ਕਰੰਟ ਅਫੇਅਰ ਪੁੱਛਿਆ ਹੀ ਨਹੀਂ ਹੋ ਸਕਦਾ ਉਹਨੇ ਕੋਈ ਸਟੇਟ ਦਾ ਪੇਪਰ ਯਾਨੀ ਸਟੇਟ ਐਗਜ਼ਾਮ ਜਿਹੜੇ ਕਲੈਰੀਕਲ ਲੈਵਲ ਦੇ ਹੁੰਦੇ ਆ ਉਹ ਪਾਤਾ ਹੋਵੇ, ਰਾਈਟ। ਸੋ ਕਹਿਣ ਦਾ ਮਤਲਬ ਕੀ ਆ ਕਿ ਜੇਕਰ ਚਾਰੇ ਇੰਸਟੀਟਿਊਟ ਇੱਕ ਹੀ ਪੇਪਰ ਦੇ ਵਾਸਤੇ ਪੇਪਰ ਪਾ ਰਹੀਆਂ ਨੇ ਤਾਂ ਲਗਭਗ ਉਹਨਾਂ ਦੇ ਵਿੱਚ ਸਿਮਿਲੈਰਿਟੀ ਮਿਲ ਜੂਗੀ। ਇਹ ਮੈਂ ਕਿਉਂ ਕਹਿ ਰਿਹਾ ਤੇ ਕਿਵੇਂ ਕਹਿ ਰਿਹਾ ਥੋੜਾ ਜਿਹਾ ਧਿਆਨ ਦੇ ਨਾਲ। ਮੈਨੂੰ ਪਤਾ ਕਿ ਆਸੇ-ਪਾਸੇ ਬਹੁਤ ਇੰਸਟੀਟਿਊਟ ਆ ਜਿਨ੍ਹਾਂ ਨੇ ਨਾਈਲਟ ਤੇ ਪੂਰੀ ਜ਼ਿਆਦਾ ਖੋਜ ਕਰ ਚੁੱਕੇ ਨੇ। ਉਹਨਾਂ ਨੇ ਪ੍ਰੀਵੀਅਸ ਈਅਰ ਪੇਪਰ ਦਿਖਾਤੇ ਵੀ ਪਹਿਲਾਂ ਨਾਈਲਟ ਆਏ ਪੁੱਛਦਾ ਸੀ, ਮੈਥ ਆਏ ਪੁੱਛਦਾ, ਰੀਜ਼ਨਿੰਗ ਆਏ ਪੁੱਛਦਾ, ਕੰਪਿਊਟਰ ਆਏ ਪੁੱਛਦਾ। ਮੇਰਾ ਤਾਂ ਇੱਕੋ ਹੀ ਮਤਲਬ ਆ ਕਿ ਤੁਸੀਂ ਪਟਵਾਰੀ ਜਾਂ ਕਲਰਕ ਦੀ ਤਿਆਰੀ ਕਰਨ ਜਾ ਰਹੇ ਹੋ। ਮੈਂ ਜਦੋਂ ਵੀ ਤਿਆਰੀ ਕਰਵਾਈ ਆ ਜਾਂ ਹਮੇਸ਼ਾ ਜਦੋਂ ਵੀ ਮੌਕ ਟੈਸਟ ਲਏ ਆ, ਮੈਂ ਹੀ ਨਾਈਲਟ ਬਣ ਜਾਊਂਗਾ, ਮੈਂ ਹੀ GNDU ਬਣ ਜਾਊਂਗਾ, ਮੈਂ ਹੀ ਪੰਜਾਬੀ ਯੂਨੀਵਰਸਿਟੀ ਬਣ ਜਾਊਂਗਾ, ਮੈਂ ਹੀ ਥਾਪਰ ਯੂਨੀਵਰਸਿਟੀ ਬਣ ਜਾਊਂਗਾ। ਯਾਨੀ ਕਹਿਣ ਦਾ ਮਤਲਬ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਤਿਆਰੀ ਕਰਵਾ ਰਹੇ ਹੋ ਤਾਂ ਆਪਾਂ ਨੂੰ ਬਿਲਕੁਲ ਟਾਈਮ ਤੇ ਜਾ ਕੇ ਕੀ ਦੱਸਣ ਦੀ ਲੋੜ ਪੈ ਰਹੀ ਆ ਕਿ ਭਾਈ ਹੁਣ ਨਾਈਲਟ ਪੇਪਰ ਲੈ ਰਹੀ ਆ। ਹੋ ਸਕਦਾ ਬਿਲਕੁਲ ਟਾਈਮ ਤੇ ਏਜੰਸੀਆਂ ਵੀ ਚੇਂਜ ਹੋ ਜਾਂਦੀਆਂ, ਤਾਂ ਇਹਦਾ ਮਤਲਬ ਤੁਸੀਂ ਜੇ ਮੰਨ ਲਓ ਆਪਾਂ ਕਹਿੰਦੇ ਆ ਜਾਂ ਤਾਂ ਨਾਈਲਟ ਦੀ ਸ਼ੁਰੂਆਤ ਤੋਂ ਹੀ ਤੁਸੀਂ ਤਿਆਰੀ ਉਵੇਂ ਕਰੋ ਕਿ ਹਾਂਜੀ ਨਾਈਲਟ ਨਹੀਂ ਲੈਣਾ ਤੇ ਨਾਈਲਟ ਵਾਂਗੂ ਹੀ ਤਿਆਰੀ ਕਰੋ, ਰਾਈਟ। ਜਾਂ ਤਾਂ ਤੁਸੀਂ ਉਵੇਂ ਕਰ ਲਓ ਜਦੋਂ ਤੁਹਾਨੂੰ ਜਮਾ ਲਾਸਟ ਤੇ ਆ ਕੇ ਇਹ ਚੀਜ਼ ਜਦ ਪਤਾ ਲੱਗਦਾ ਇੱਕ ਵਾਇਰਲ ਡਾਕੂਮੈਂਟ ਤੋਂ ਕਿ ਨਾਈਲਟ ਪੇਪਰ ਲੈ ਰਿਹਾ ਤਾਂ ਤੁਸੀਂ ਆਖਰ ਦੇ ਵਿੱਚ ਆਪਣੀ ਤਿਆਰੀ ਨੂੰ ਕਿਵੇਂ ਚੇਂਜ ਕਰ ਸਕਦੇ ਹੋ, ਰਾਈਟ। ਤਿਆਰੀ ਪਿਛਲੇ 6 ਮਹੀਨੇ 7 ਮਹੀਨੇ ਸਾਲ ਤੋਂ ਤਿਆਰੀ ਹੁੰਦੀ ਆ। ਆਏ ਨਹੀਂ ਵੀ ਇੱਕ ਹਫ਼ਤਾ ਪਹਿਲਾਂ ਪਤਾ ਲੱਗਾ ਕਿ ਨਾਈਲਟ ਦੇ ਪੇਪਰ ਲੈ ਲਿਆ, ਚਲੋ ਹੁਣ ਕਰੰਟ ਅਫੇਅਰ ਕਰਨੀ ਜ਼ੋਰ ਮਾਰ ਲਓ, ਚਲੋ ਹੁਣ ਜਿਹੜੇ ਸਟੈਟਿਕ GK ਉਹਦੇ ਜ਼ੋਰ ਮਾਰ ਲਓ। ਐਵੇਂ ਨਹੀਂ ਹੁੰਦਾਗਾ। ਜਦੋਂ ਤੁਸੀਂ ਕਲਰਕ ਦੀ ਤਿਆਰੀ ਕਰਦੇ ਹੋ, ਪਟਵਾਰੀ ਦੀ ਤਿਆਰੀ ਕਰਦੇ ਹੋ ਤਾਂ ਭਾਈ ਤੁਹਾਡਾ ਇਹ ਦਿਮਾਗ ਦੇ ਵਿੱਚ ਨਹੀਂ ਹੋਣਾ ਚਾਹੀਦਾ ਵੀ ਕਿਹੜਾ ਇਹਨੂੰ ਏਜੰਸੀ ਲੈ ਰਹੀ ਹੈ। ਮੇਰਾ ਇਹ ਮੰਨਣਾਗਾ ਏਜੰਸੀ ਨਾਲ ਬਹੁਤਾ ਫਰਕ ਨਹੀਂ ਪੈਂਦਾ ਜੇਕਰ ਪੇਪਰ ਇੱਕੋ ਹੀ ਪੇਪਰ ਉਹਨੇ ਲੈਣਾਗਾ। ਕਲਰਕ ਹੀ ਪੇਪਰ ਲੈਣਾ ਨਾ, ਉਹਨੇ ਕੋਈ UPSC ਦਾ ਪੇਪਰ ਤਾਂ ਲੈਣਾ ਨਹੀਂ। ਹਾਂ, ਜੇ ਮੰਨ ਲਓ ਕਲਰਕ ਦਾ ਪੇਪਰ UPSC ਪਾਉਂਦੀ ਹੋਵੇ ਜਾਂ ਕੋਈ ਹੋਰ ਵੱਡੀ ਏਜੰਸੀ ਪਾਉਂਦੀ ਹੋਵੇ, SSC ਪਾਉਂਦੀ ਹੋਵੇ, ਫਿਰ ਮੰਨਿਆ ਜਾ ਸਕਦਾ ਕਿਉਂਕਿ ਉਹਨਾਂ ਏਜੰਸੀਆਂ ਦਾ ਵੀ ਦਾਇਰਾ ਆਪਣਾ, ਉਹਨਾਂ ਏਜੰਸੀਆਂ ਦੇ ਵਿੱਚ ਜਿਹੜੇ ਬੰਦੇ ਬੈਠੇ ਆ ਉਹਨਾਂ ਦਾ ਦਾਇਰਾ ਉਹਨਾਂ ਨੂੰ ਪਤਾ ਹੁੰਦਾ ਕਿ ਹਾਂ ਭਾਈ ਮੈਂ ਕਲਰਕ ਦਾ ਪੇਪਰ ਪਾ ਰਿਹਾ, ਹਾਂ ਭਾਈ ਮੈਂ ਕੋਈ ਮੰਨ ਲਓ ਫੋਰ ਐਗਜ਼ਾਮਪਲ ਕੋਈ ਟੈਕਨੀਕਲ ਪੋਸਟ ਦਾ ਪੇਪਰ ਪਾ ਰਿਹਾ ਤਾਂ ਜਦੋਂ ਉਸ ਨੂੰ ਉਸ ਪੋਸਟ ਦਾ ਪਤਾ ਹੁੰਦਾ ਤਾਂ ਉਸ ਦੇ ਤਰੀਕੇ ਦੇ ਨਾਲ ਹੀ ਪਾਉਂਦਾ। ਜਿਵੇਂ ਮੰਨ ਲਓ ਮੇਰਾ ਇੰਸਟੀਟਿਊਟ ਆ, ਮੈਂ ਆਪਣੇ
ਇੰਸਟੀਚਿਊਟ ਦੇ ਵਿੱਚ ਜ਼ਿਆਦਾ ਮੌਕ ਟੈਸਟ ਹੀ ਲੈਣਾ, ਤਾਂ ਮੈਂ ਮੌਕ ਟੈਸਟ ਕਿਸ ਆਧਾਰ ਤੇ ਲੈਣਾ? ਕਦੇ ਤਾਂ ਮੈਂ UPSC ਪੈਟਰਨ ਤੇ ਬਣ ਜਾਊਂਗਾ, ਕਦੇ ਮੈਂ SSC ਪੈਟਰਨ ਤੇ ਬਣ ਜਾਊਂਗਾ, ਕਦੇ ਮੈਂ ਮੰਨ ਲਓ ਕੋਈ ਆਈ ਕਹ ਲਓ ਨਾਈਲਟ ਬਣ ਗਿਆ, ਕਦੇ ਮੈਂ ਆਪਣੀ ਏਜੰਸੀ ਯਾਨੀ ਕਿ ਆਪਦਾ ਹੀ ਬਣ ਗਿਆ। ਯਾਨੀ ਕਿ ਕਹਿਣ ਦਾ ਮਤਲਬ ਹੈ ਤੁਹਾਡੇ ਟੀਚਰ ਦੀ ਖਾਸੀਅਤ ਹੋਣੀ ਚਾਹੀਦੀ ਹੈ ਕਿ ਉਹ ਤੁਹਾਡੇ ਪੇਪਰ ਦੇ ਵਿੱਚ ਐਕਸਪੈਰੀਮੈਂਟ ਕਿੰਨੇ ਕਰਦਾ, ਨਾ ਕਿ ਹੁਣ ਐਂਡ ਤੇ ਆ ਕੇ ਸਿਰਫ ਇਹ ਕਹਿ ਕੇ ਕਿ ਨਾਈਲਟ ਨੇ ਪੇਪਰ ਲੈਣਾ ਤੇ ਭਾਈ ਪੁਰਾਣੇ ਪੇਪਰ 4 ਪੇਪਰ ਆ ਗਏ ਤੇ ਤੁਸੀਂ ਹੁਣ ਐਵੇਂ ਤਿਆਰੀ ਕਰੋ। ਪੋਸੀਬਲ ਨਹੀਂ। ਆਖਰੀ ਦਿਨਾਂ ਦੇ ਵਿੱਚ ਮਨ ਡੋਲ ਜਾਂਦਾ, ਯਾਨੀ ਜਿਹੜੇ ਬੱਚੇ ਨੇ ਤਿਆਰੀ ਕਰ ਰੱਖੀ ਹੁੰਦੀ ਆ ਉਹ ਬੱਚਾ ਫਿਰ ਬਾਅਦ ਦੇ ਵਿੱਚ ਔਖਾ ਹੁੰਦਾ ਵੀ ਯਾਰ ਹੁਣ ਆਖਰ ਦੇ ਵਿੱਚ ਆ ਕੇ ਮੈਂ ਕਿਵੇਂ ਤਿਆਰੀ ਕਰਾਂ। ਐਂਡ ਏਜੰਸੀਆਂ ਜਿਹੜੀਆਂ ਪੇਪਰ ਪਾਉਂਦੀਆਂ ਭਾਈ, ਮੇਰਾ ਤਾਂ ਇਹੀ ਮੰਨਣਾ ਜਿਵੇਂ TCS ਆ ਉਹ ਵੀ ਸਟੈਟਿਕ ਜੀਕੇ ਪੁੱਛਦੀ ਆ, ਨਾਈਲਟ ਵੀ ਸਟੈਟਿਕ ਜੀਕੇ ਪੁੱਛਦੀ ਆ, ਐਂਡ ਹੋਰ ਬਹੁਤ ਸਾਰੀਆਂ ਏਜੰਸੀਆਂ ਸਟੈਟਿਕ ਜੀਕੇ ਪੁੱਛਦੀਆਂ, ਪਰ ਪੇਪਰ ਦੇ ਵਿੱਚ ਸਿਲੈਕਸ਼ਨ ਵਾਲਾ ਜਿਹੜਾ ਮਟੀਰੀਅਲ ਹੁੰਦਾ ਉਹ ਲਗਭਗ ਕਾਮਨ ਹੁੰਦਾਗਾ। ਯਾਨੀ ਜੇਕਰ ਤੁਸੀਂ 70% ਪੇਪਰ ਨੂੰ ਦੇਖੋਗੇ ਤਾਂ ਕੋਈ ਵੀ ਕਲਰਕ ਲੈਵਲ ਦਾ ਪੇਪਰ ਕਹਿ ਰਿਹਾ ਤਾਂ ਕੋਈ ਵੀ ਕਲਰਕ ਲੈਵਲ ਦਾ ਪੇਪਰ ਦੇਖੋਗੇ ਤਾਂ ਲਗਭਗ ਤੁਹਾਨੂੰ ਉਹਦੇ ਵਿੱਚੋਂ ਸਿਲੈਕਸ਼ਨ ਵਾਸਤੇ ਮਿਲ ਜੂਗਾ। ਐਂਡ ਜੇ ਉਹ 70% ਤੁਹਾਨੂੰ ਕਾਮਨ ਸਿਲੈਕਸ਼ਨ ਵਾਸਤੇ ਨਹੀਂ ਮਿਲ ਰਿਹਾ ਤਾਂ ਫਿਰ ਤੁਸੀਂ ਇਕੱਲੇ ਕੋਈ ਐਸੇ ਨਹੀਂ ਹੈਗੇ ਜਿਹੜਾ ਰੱਬ ਨੇ ਤੁਹਾਨੂੰ ਅੱਡ ਤੋਂ ਬਣਾਇਆ ਹੋਇਆ, ਯਾਨੀ ਸਾਰਿਆਂ ਦਾ ਲਗਭਗ ਦਾਇਰਾ ਸੇਮ ਹੁੰਦਾਗਾ। ਤਾਂ ਫਿਰ ਉਹ 70% ਜੇਕਰ ਪੇਪਰ ਦੇ ਵਿੱਚ ਤੁਹਾਨੂੰ ਸਿਲੈਕਸ਼ਨ ਵਾਲਾ ਨਹੀਂ ਮਿਲ ਰਿਹਾ, ਜੇ ਤਿਆਰੀ ਹੈ ਹਨਾ, ਉਹ ਫਿਰ ਕਿਸੇ ਨੂੰ ਵੀ ਨਹੀਂ ਮਿਲ ਰਿਹਾ, ਤਾਂ ਇਹਦਾ ਮਤਲਬ ਪੇਪਰ ਉਹ ਟਫ ਸੈੱਟ ਹੋ ਗਿਆ। SSC ਜਿਹੜੇ ਸੈਂਟਰ ਲੈਵਲ ਦੇ ਪੇਪਰ ਲੈਂਦੀ ਆ ਉਹ ਹੁਣ ਤਾਂ ਚਲੋ ਨਾਰਮਲਾਈਜੇਸ਼ਨ ਕਰਨ ਲੱਗੀ, ਅੱਜ ਤੋਂ ਬਹੁਤ ਸਾਲ ਪਹਿਲਾਂ ਉਹ ਨਾਰਮਲਾਈਜੇਸ਼ਨ ਨਹੀਂ ਕਰਦੀ ਸੀ। ਤਾਂ ਉਹਦੇ ਵੀ ਹੁਣ ਦੇਖੋ TCS ਪੈਟਰਨ ਹੈ, TCS ਹੀ ਪੇਪਰ ਪਾ ਰਹੀ ਆ, ਤਾਂ ਮੰਨ ਲਓ ਕੋਈ 10 ਤਰੀਕ ਵਾਲਾ ਪੇਪਰ ਹੈ ਜਿਹੜਾ ਬਹੁਤ ਔਖਾ ਪੈ ਗਿਆ, ਮੰਨ ਲਓ 11 ਤਰੀਕ ਵਾਲਾ ਜਮਾਂ ਹੀ ਸੌਖਾ ਪੈ ਗਿਆ। ਹੋਰ ਛੱਡੋ, ਇਹ ਤਾਂ ਇੱਕ ਦਿਨ ਦਾ ਫਰਕ ਪਾਤਾ, ਸਵੇਰ ਦਾ ਪੇਪਰ ਬਹੁਤ ਔਖਾ ਪੈ ਗਿਆ ਐਂਡ ਦੁਪਹਿਰ ਦਾ ਪੇਪਰ ਬੜਾ ਆਸਾਨ ਆ ਗਿਆ, ਐਂਡ ਜਿਹੜਾ ਈਵਨਿੰਗ ਦਾ ਉਹ ਫਿਰ ਪੇਪਰ ਔਖਾ ਹੋ ਗਿਆ। ਉਦੋਂ ਤਾਂ ਨਾਰਮਲਾਈਜੇਸ਼ਨ ਵੀ ਨਹੀਂ ਹੁੰਦੀ ਸੀ, ਤਾਂ ਫਿਰ ਆਪਾਂ ਉਦੋਂ ਏਜੰਸੀ ਤੇ ਕੁਐਸਚਨ ਚੱਕ ਸਕਦੇ ਹਾਂ ਕਿ ਨਹੀਂ ਚੱਕ ਸਕਦੇ, ਰਾਈਟ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਪਹਿਲੀ ਗੱਲ ਤਾਂ ਇਹ ਏਜੰਸੀ ਨੂੰ ਹੀ ਚਾਹੀਦਾ ਕਿ ਭਾਈ ਜਦੋਂ ਕਲਰਕ ਲੈਵਲ ਦਾ ਤੁਸੀਂ ਜਾਂ ਪਟਵਾਰੀ ਲੈਵਲ ਦਾ ਪੇਪਰ ਤੁਸੀਂ ਜਿਹੜਾ ਪਾ ਰਹੇ ਹੋ, ਐਕਸਾਈਜ਼ ਇੰਸਪੈਕਟਰ ਦਾ ਜਿਹੜਾ ਤੁਸੀਂ ਪੇਪਰ ਪਾ ਰਹੇ ਹੋ, ਤਾਂ ਉਸ ਦੇ ਪੇਪਰ ਦਾ ਜਿਹੜਾ ਪੈਟਰਨ ਆ ਉਸ ਨੂੰ ਇਸ ਤਰੀਕੇ ਦੇ ਨਾਲ ਹੀ ਰੱਖਿਆ ਜਾਵੇ ਕਿ ਜਿਹੜਾ ਉਹਦੇ ਪ੍ਰੀਵੀਅਸ ਈਅਰ ਪੇਪਰ ਦੇ ਪੈਟਰਨ ਤੇ ਖਾਂਦਾ ਹੋਵੇ, ਤਾਂ ਕਿ ਜਵਾਕਾਂ ਨੂੰ ਪੇਪਰ ਕਰਨ ਦੇ ਵਿੱਚ ਵੀ ਥੋੜੀ ਜਿਹੀ ਆਸਾਨੀ ਹੋਵੇ ਤੇ ਕਦੇ ਪੇਪਰ ਤੋਂ ਬਾਅਦ ਕੁਐਸਚਨ ਨਾ ਚੱਕੇ ਆਣ ਏਜੰਸੀਆਂ ਤੇ ਵੀ ਭਾਈ ਇਹ ਚਾਹੁੰਦੇ ਹੀ ਨਹੀਂ ਕਿ ਸਿਲੈਕਟ ਹੋਣ ਇਹ ਫਲਾਣਾ ਤੋਂ, ਜਿਵੇਂ ਆਪਾਂ ਕੁਐਸਚਨ ਬਾਅਦ ਦੇ ਵਿੱਚ ਚੱਕਦੇ ਆ, ਜਿਵੇਂ ਮੰਨ ਲਓ ਟੈਟ ਦਾ ਪੇਪਰ, PTET ਦਾ ਪੇਪਰ ਵੀ ਹੋਇਆ ਜਾਂ ਬਹੁਤ ਸਾਰੇ ਪੇਪਰ ਹੈ। ਐਂਡ ਹਮੇਸ਼ਾ ਹੀ ਆਪਣਾ ਦਾਇਰਾ ਵਧਾ ਕੇ ਚੱਲੋ। ਮੈਂ ਹਮੇਸ਼ਾ ਹੀ ਕਿਹਾ ਕਿ ਜੇਕਰ ਨਾਈਲਟ ਪੇਪਰ ਲੈ ਰਿਹਾ, ਪੰਜਾਬੀ ਯੂਨੀਵਰਸਿਟੀ ਪੇਪਰ ਲੈ ਰਿਹਾ, GNDU ਪੇਪਰ ਲੈ ਰਿਹਾ, ਜੇ ਮੰਨ ਲਓ GNDU ਪੇਪਰ ਲਵੇ, ਪੰਜਾਬੀ ਯੂਨੀਵਰਸਿਟੀ ਪੇਪਰ ਲਵੇ, ਹੋਰ ਕੋਈ ਏਜੰਸੀ ਪੇਪਰ ਲਵੇ, ਤਾਂ ਫਿਰ ਤੁਸੀਂ ਆਪਣੀ ਤਿਆਰੀ ਨੂੰ ਬਹੁਤ ਹਲਕਾ ਕਰ ਦੋਗੇ, ਤਾਂ ਇਹਦਾ ਮਤਲਬ ਮਾੜੀ ਚੀਜ਼ ਹੈ, ਰਾਈਟ। ਸੋ ਆਪਣੇ ਦਾਇਰੇ ਨੂੰ ਪਹਿਲਾਂ ਹੀ ਵਧਾ ਕੇ ਰੱਖੋ ਕਿ ਮੈਂ ਤਾਂ ਕਹਿੰਦਾ ਨਾਈਲਟ ਤੋਂ ਵੀ ਜੇਕਰ ਕੋਈ ਉੱਤੇ ਏਜੰਸੀ ਆ ਜੇ, ਰਾਈਟ, ਨਾਈਲਟ ਤੋਂ ਵੀ ਜੇਕਰ ਕੋਈ ਉੱਤੇ ਏਜੰਸੀ ਆ ਜਾਏ, ਨਿਟਰ ਵਗੈਰਾ ਜੋ ਵੀ ਆ ਹਨਾ, ਉੱਤੇ ਏਜੰਸੀ ਆ ਜਾਏ ਜਿਹੜੀ ਮੰਨ ਲਓ ਪੇਪਰ ਵਧੀਆ ਸੈੱਟ ਕਰ ਸਕਦੀ ਆ, ਤਾਂ ਭਾਈ ਤੁਸੀਂ ਆਪਣੇ ਦਾਇਰੇ ਨੂੰ ਉਨਾ ਕੁ ਵਧਾ ਕੇ ਚੱਲੋ। ਪਰ ਹਾਂ, ਆਪਣੇ ਕਲਰਕ ਜਾਂ ਪਟਵਾਰੀ ਜਾਂ ਐਕਸਾਈਜ਼ ਇੰਸਪੈਕਟਰ ਦੇ ਦਾਇਰੇ ਤੋਂ ਥੋੜਾ ਜਿਹਾ ਵੱਧ UPSC ਤੱਕ ਨਹੀਂ ਜਾਣਾ ਵੀ ਤੁਸੀਂ ਹੁਣ ਵਿਜਨ ਦੀਆਂ ਕਿਤਾਬਾਂ ਚੱਕ ਲੀਆਂ ਕਿ ਹੁਣ ਨਾਈਲਟ ਨੇ ਪੇਪਰ ਪਾਉਣਾ, ਰਾਈਟ। ਸੋ ਇਹ ਮੇਰਾ ਕਹਿਣ ਦਾ ਤਰੀਕਾ ਗਾ ਕਿ ਭਾਈ ਹੁਣ ਜਿਹੜਾ ਕੁਝ ਐਂਡ ਵਾਲੇ 7 ਦਿਨ ਰਹਿ ਗਏ, ਜਿਵੇਂ ਤੁਸੀਂ ਤਿਆਰੀ ਕਰ ਰੱਖੀ ਹੈ, ਜਿਸ ਤਰੀਕੇ ਦੇ ਨਾਲ ਤੁਸੀਂ ਤਿਆਰੀ ਕਰ ਰੱਖੀ ਆ, ਜਿੰਨਾ ਤੁਸੀਂ ਪੜ੍ਹ ਰੱਖਿਆ, ਜਸਟ ਉਹਨਾਂ ਨੂੰ ਰਿਵਾਈਜ਼ ਕਰੋ। ਬਸ ਕੱਲੀ ਰਿਵੀਜ਼ਨ ਹੈ, ਕੁਝ ਨਵਾਂ ਪੜ੍ਹਨ ਦੀ ਲੋੜ ਨਹੀਂ ਬਹੁਤਾ ਜ਼ਿਆਦਾ। ਹਾਂ, ਵੱਧ ਤੋਂ ਵੱਧ ਤੁਹਾਡੇ ਜਿਹੜੇ 1-2 ਫੇਵਰਟ ਟੀਚਰ ਹੈ, ਮੈਂ ਹਮੇਸ਼ਾ ਬੋਲਦਾ ਹੁੰਦਾ ਕਿ ਜਿਹੜੇ ਤੁਹਾਡੇ ਆਪਣੇ ਪਸੰਦੀਦਾ ਟੀਚਰ ਹੈ, ਜਿਨ੍ਹਾਂ ਤੋਂ ਤੁਹਾਨੂੰ ਸਮਝ ਬਹੁਤ ਛੇਤੀ ਲੱਗਦੀ ਹੈ, ਜਿਨ੍ਹਾਂ ਤੋਂ ਤੁਹਾਨੂੰ ਯਕੀਨ ਹੋ ਗਿਆ ਕਿ ਹਾਂ ਯਾਰ ਜਿਹੜਾ ਬੰਦਾ ਇਹ ਪੜ੍ਹਾ ਦਿੰਦਾ ਉਹ ਪੇਪਰ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਦੇਖਣ ਨੂੰ ਮਿਲ ਜਾਂਦਾ, ਤਾਂ ਉਹਨਾਂ ਦੇ ਜਿਹੜੇ ਹੁਣ ਆਖਰੀ ਦਿਨਾਂ ਦੇ ਵਿੱਚ ਮੈਗਾ ਸੈਸ਼ਨਸ ਵਗੈਰਾ ਲੱਗਦੇ ਆ, ਰਿਵੀਜ਼ਨ ਸੈਸ਼ਨਸ ਵਗੈਰਾ ਲੱਗਦੇ ਆ, ਉਹ ਜ਼ਰੂਰ ਲਗਾ ਦਿਓ, ਰਾਈਟ। ਪਰ ਇਹ ਹੁਣ ਸੋਚਣ ਦੀ ਲੋੜ ਨਹੀਂ ਕਿ ਭਾਈ ਨਾਈਲਟ ਦੇ ਪੇਪਰ ਲੈਣਾ ਤੇ ਹੁਣ ਆਪਾਂ ਕਰੰਟ ਅਫੇਅਰ ਜ਼ਿਆਦਾ ਪੜ੍ਹ ਦਈਏ, ਹੁਣ ਜੀ ਇਹ ਆਹ ਪੁੱਛਦੇ ਆ ਤੇ ਹੁਣ ਉਹਨਾਂ ਨੂੰ ਆਪਾਂ ਸਰਚ ਕਰਨ ਲੱਗ ਜਾਈਏ ਵੀ ਆਹ ਪਿਛਲੇ ਕੁਐਸਚਨ ਇਹਨਾਂ ਨੇ ਆਹ ਪੇਪਰ ਦੇ ਵਿੱਚ ਆਹ ਪੁੱਛੇ ਸੀ। ਇਹ ਬਿਲਕੁਲ ਟਾਈਮ ਵੇਸਟ ਕਰੋਗੇ, ਕੋਈ ਫਾਇਦਾ ਨਹੀਂ। ਐਂਡ ਜੇ ਇਹ ਟਾਈਮ ਵੇਸਟ ਕਰਨਾ ਵੀ ਆ ਤਾਂ ਫਿਰ ਉਹ ਟੀਚਰ ਹੀ ਕਰਨ ਜਿਨ੍ਹਾਂ ਨੇ ਭਾਈ ਤੁਹਾਨੂੰ ਪੜ੍ਹਾਇਆ, ਜਿਹੜੇ ਕਹਿੰਦੇ ਆ ਵੀ ਹਾਂ ਸਾਡੇ ਮੌਕ ਟੈਸਟਾਂ ਦੇ ਵਿੱਚੋਂ ਪੇਪਰ ਆ ਜਾਊਗਾ, ਤਾਂ ਇਹ ਉਹਨਾਂ ਦੀ ਹੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਉਹਨਾਂ ਨੇ ਜਾਂ ਤਾਂ ਇਹ ਪਹਿਲਾਂ ਹੀ ਤੁਹਾਡਾ ਦਾਇਰਾ ਵਧਾ ਕੇ ਚੱਲਣਾ ਸੀ, ਤੇ ਜੇ ਨਹੀਂ ਚੱਲੇ ਤਾਂ ਕਮ ਸੇ ਕਮ ਜੇ ਹੁਣ ਵੀ ਪਤਾ ਲੱਗਿਆ ਤਾਂ ਫਿਰ ਹੁਣ ਰਿਸਰਚ ਵਰਕ ਉਹਨਾਂ ਨੂੰ ਕਰ ਲੈਣਾ ਚਾਹੀਦਾ ਕਿ ਆਖਰੀ 10 ਜਾਂ 12 ਦਿਨਾਂ ਦੇ ਵਿੱਚ ਜਿਹੜਾ ਕੁਝ ਉਹਨਾਂ ਨੇ ਤੁਹਾਨੂੰ ਦੇਣਾਗਾ ਉਹ ਕਿਸ ਤਰੀਕੇ ਦੇ ਨਾਲ ਇਫੈਕਟਿਵ ਤਰੀਕੇ ਦੇ ਨਾਲ ਦੇ ਸਕਦੇ ਆ, ਤਾਂ ਕਿ ਤੁਹਾਡੇ ਪੇਪਰ ਦੇ ਵਿੱਚ ਉਹ ਕੰਮ ਆ ਜਾਏ। ਸਮਝ ਲੱਗੀ। ਸੋ ਜੇਕਰ ਤੁਸੀਂ ਕਲਰਕ ਦਾ, ਪਟਵਾਰੀ ਦਾ ਪੇਪਰ ਦੇ ਰਹੇ ਹੋ, ਈਵਨ ਐਕਸਾਈਜ਼ ਇੰਸਪੈਕਟਰ ਦਾ ਪੇਪਰ ਵੀ ਦੇ ਰਹੇ ਹੋ, ਗਰੁੱਪ C ਦੀਆਂ ਪੋਸਟਾਂ ਜਿਹੜੀਆਂ ਤੁਸੀਂ ਦੇ ਰਹੇ ਹੋ, ਤਾਂ ਭਾਈ ਡਰਨ ਦੀ ਬਾਹਲੀ ਲੋੜ ਨਹੀਂ ਹੈਗੀ। ਪੇਪਰ ਪਾਉਣ ਵਾਲੇ ਦਾ ਵੀ ਜਿਹੜਾ ਦਾਇਰਾ ਹੁੰਦਾ ਉਸ ਨੂੰ ਪਤਾ ਹੁੰਦਾ ਕਿ ਹਾਂ ਇਸ ਪੇਪਰ ਨੂੰ ਜਿਹੜੇ 70 ਤੋਂ 80% ਦੇ ਵਿੱਚ ਨੰਬਰ ਜਵਾਕਾਂ ਦੇ ਆ ਜਾਣ, ਜਾਂ ਇਹ ਕਹਿ ਲਓ ਵੀ ਉਹ ਪੇਪਰ ਇਸ ਤਰੀਕੇ ਦੇ ਨਾਲ ਸੈੱਟ ਕਰਦਾ ਕਿ ਹਾਂ ਇਸ ਪੇਪਰ ਤੇ ਕਦੇ ਕੁਐਸਚਨ ਕੋਈ ਉੱਠ ਨਾ ਸਕੇ। ਇਹ ਨਾ ਹੋਵੇ ਕਿ ਪੇਪਰ ਬਾਅਦ ਦੇ ਵਿੱਚ ਕੈਂਸਲ ਹੋ ਜੇ। ਹਾਂ, ਜੇ ਉਹਨਾਂ ਨੇ ਕੈਂਸਲ ਕਰਾਉਣਾ ਹੀ ਹੋਇਆ ਫਿਰ ਉਹੋ ਜਿਹਾ ਤਰੀਕਾ ਵੀ ਅਪਣਾ ਲੈਂਦੇ ਆ।
पर मेरा मनना कि एग्जामिनर कदे भी एवें नहीं करूगा। मैं भी पेपर बहुत सारे सैट किया, तुसीं ऐ मान लो पिछले साल जेकर 365 दिन तो मैं घट्टो घट्ट 200 प्लस मॉक टेस्ट बना चुकिया, तो हर मॉक टेस्ट के मेरा नवा एक्सपैरीमेंट होंदा। कदे ना कदे मैं किस तरीके कदे करंट अफेयर ज़्यादा पा दूँ, कदे मैथ्स औखा पा दूँ, कदे बाकी चीज़ां सौखे पा दूँ, यानी कि मेरा अपना एक्सपैरीमेंट रहिंदा। एंड वो एक्सपैरीमेंट आउंदा कित्थों आ, मैं ये मन के चलदा भी जिन्नियां भी एजेंसीज आ उन्हां सारियां दा माइंड मेरे दिमाग दे विच होना चाहिदा कि भाई हाँ कि किस तरीके दे नाल पेपर सैट करदी है जेकर यह एजेंसी सैट करती है। पर यह कदे नहीं हो सकता कि क्लर्क का पेपर यूपीएससी सैट कर लग जूगी तो फिर आप दायरा इन्ना ज़्यादा बढ़ा लीए कि अपने तो सिलेबस ही कंप्लीट ना हो। तो अपने सिलेबस के अकॉर्डिंग चलो, एजेंसियों के अकॉर्डिंग मेरे हिसाब से इन्ना ज़्यादा तुक एंड ते आके नहीं बनता। जो बनता सी तो 7 महीने पहला, 6 महीने पहला, साल पहला, या फिर जो तुहाडे पेपर लै रहा मॉक टेस्ट लै रहा उहदे ते बनता सी। राइट, सो ये वीडियो आखिरी होनी चाहिए। इस तो बाद नाइलेट के पुराने पेपर, नाइलेट के जो भी पेपर है, हाँ पुराने पेपर तो चलो वैसे भी कर लेने चाहिए, पर रिसर्च वर्क ना करो कि जे पुराने पेपर के आह क्वेश्चन पूछा सी तो हुण मैं इहनूं सर्च करा भी कित्थों आया होया। आम तौर पर जवाकों के क्वेश्चन होंगे है, आम तौर पर तुसीं कदे भी देखो जो पुराने पेपर होंगे वो तुहानूं नैट ते मिल जाते हैं। कारण की है कि वो अपलोड हो जाते हैं, पर जो पेपर तो पहला सर्च करोगे तो हो सकता वो ना होण, है ना। तो इन्नी टेंशन नहीं लैनी भी हुण तुसीं पुराने जिहड़े हैगे भाई वो क्वेश्चन चक के वैबसाइटां दे धक्के धुक्के खांदे फिरो भी, है ना। इत्थे जाके मैं रिसर्च कर ला, अच्छा इत्थे एक क्वेश्चन पिया गा जिहड़ा नाइलेट ने पुछ लिया सी पिछली बार, तो वो जिहड़े अगले पिछले 7-8 वो भी पढ़ते। ਇਹੋ ਜਿਹਾ कुछ ਹੁਣ रिसर्च वर्क ना करो, रिसर्च वर्क टाइम वेस्ट कराऊगी बिल्कुल एंड वाले दिनों के। मैं तो सिर्फ ये कहूँगा भी जिन्ना तुसीं पढ़ लिया, जे तुसीं वधिया पढ़ाई की हुई है, चाहे वो करंट अफेयर है, चाहे वो जिहड़ा जीके का पोर्शन बाकी है, चाहे मैथ है, रीजनिंग है, पंजाबी है, इंग्लिश है, कंप्यूटर है, जो भी है, तो तुसीं अपनी रिवीजन है जिहड़ी वो हुण तक जो किया बस उसनूं वार-वार पढ़ लो एंड उन्हां दे ही मैग सैशन लगाओ जिन्हां नूं तुसीं पसंद करदे हो। नवां एक्सपैरीमेंट बाहला ज़्यादा हुण फिलहाल ना करो, जां अपने यारां मित्रां दे आसे पासे तुहानूं कोई ना कोई दसदा ही होगा भी आह टीचर वधिया गा, आह टीचर घटिया गा, या आह टीचर तो पढ़ के मेरा इन्ना जिहड़ा वधिया तरीके दे नाल क्वेश्चन सॉल्व हो गए, तो उस तरीके दे नाल भी तुसीं अपना सकदे हो। उन्हां दे मैगा सैशनस हुण कनसैप्चुअल चीज़ां जां नवीआं चीज़ां नूं करन दा बड़ा ज़्यादा तुक नहीं बनदा। ये मैं खास करके कह रहा हाँ पटवारी ते क्लर्क, हजे चलो एक्साइज वास्ते फिर भी टाइम पिया, एक्साइज का तुसीं फिर भी थोड़ा जा टाइम होर वधिया तरीके दे नाल यूटिलाइज कर सकते हो, यानी 7 दिन होर तुसीं चीज़ां वधिया पढ़ सकते हो और जिहड़ियां नवीआं चीज़ां ते भी एक्सपैरीमेंट थोड़ा बहुत कर सकते हो। इस तो बाद आपां हुण मॉक टेस्ट ते आ जांदे आ। देखो मॉक टेस्ट भी हुण मैं तुहानूं जिहड़ा दसूंगा कि भाई जेकर तुसीं मॉक टेस्ट देना चाहुंदे हो, पहली गल तो मॉक टेस्ट हमेशा ही देने चाहिए। मैं मॉक टेस्ट नूं कदे ना नहीं कीती, मॉक टेस्ट तो तुहाडी इन्नी ज़्यादा प्रैक्टिस करवा दूंगा, इन्नी ज़्यादा वधिया तरीके दे नाल तुहानूं जिहड़ी नॉलेज आ तुहाडे दिमाग दे विच ओह वधिया तरीके दे नाल इंप्लीमेंट हो जाती है कि तुहानूं प्रॉब्लम नहीं आउंदी एक्चुअल पेपर दे विच जाके तुहानूं प्रैशर फील नहीं हुंदा। मॉक टेस्ट देण दा तुक तां इह बनदा, पर आखिरी 7 दिनों के हुण मॉक टेस्ट सीरीज़ लै लो, मॉक टेस्ट सीरीज़ लै लो, ये चीज़ां करनियां चाहिदियां या नहीं। देखो बहुत सिंपल जी गल है, जेकर तुहाडा एक्साइज इंस्पैक्टर का पेपर है फिर ठीक है, हजे दिन पे है, तुसीं घट्टो घट्ट 10 तो 12 मॉक टेस्ट है जिहड़े लगा सकते हो। पर जिहड़े आखिरी हुण 7 दिन पटवारी या क्लर्क दे विच रहिंदे आ, मेरा यह मनना कि जेकर तुसीं दिमागी लैवल तो स्ट्रोंग हो, स्ट्रोंग का मतलब की है कि तुहानूं जिवें वो कहंदे हुंदे भी मैनूं मींह झक्खड़ नाल कोई फर्क नहीं पैंदा, यानी कहण दा मतलब जेकर पेपर औखा नंबर घट आ गए तो दिमाग में थोड़ी प्रैशर वगैरह बाहला ज़्यादा नहीं लेंदे, जस्ट अपनी एक तैयारी चैक करना चाहते तो तैयारी करो, चैक कर लो, बहुत वधिया गल है। पर जे तुसीं एक प्रैशर लैण वाले इंसान हो, एक ऐसे डीमोटिवेटेड इंसान हो, यानी कि माड़ी जी भी जेकर कोई चीज़ होंदी है तो उस तो तुसीं डीमोटिवेट हो जाओ, है ना। यानी कहने का मतलब जेकर मान लो नंबर घट आ गए तो बाहले ज़्यादा डीमोटिवेट हो गए, क्योंकि मैं बहुत सारे स्टूडेंट को जानदा, ऐसे स्टूडेंट जानता जिन्हों का मोराल पेपर देने तो बाद ही चेंज होंदा, या तो बहुत ज़्यादा डाउन हो जाता तो या बहुत ज़्यादा अप हो जाता। एंड जे आह अप डाउन वाली गेम खेडनी सी तो फिर वही गल फिर आ जाती कि पिछले 7 महीनों की करते सी, पिछले 6 महीनों की करते सी, पिछले 4 महीनों 3 महीनों 2 महीनों घट्टो घट कर लेना सी। राइट, सो कहने का मतलब की है कि जिहड़ा यह मोराल डाउन वाली गेम है या मोराल अप वाली गेम है, यह पहलां खेड लेनी चाहिए सी। पर फिर वही गल है कि हुण एंड वाले 7 दिनों के जिहड़ी चीज़ां मैं कह रहा हाँ कि मॉक टेस्ट तुहानूं लाने चाहिए, अपने दिमाग की सुनो कि जे तुसीं ओह प्रैशर झल सकोगे मॉक टेस्ट लाने तो बाद भी नंबर घट आ गए तो यार मैं हुण भी है ना भी हुण मैनूं की करना चाहिए, फिर तो ठीक है। पर जे मान लो मॉक टेस्ट लाने तो बाद जो नंबर घट आ गए, कमरे च वड़ के डीमोटिवेट ही होना कि यार मेरा तो पेपर रह गया, है ना। ये वो चीज़ आ जिवें मान लो मेरे वर्गे कोई कह दे भी तू ग्राउंड के 400 मीटर का गेड़ा लाउणा तो मैं मान लो पूरे पिछले 6 महीने कख भी ना करा तो आखिरी हफ्ते के मैं कहा भी हुण मैं ग्राउंड च जाके 400 मीटर ला के देख ला कि मेरे तो भज्जा जा रहा कि नहीं भज्जा जा रहा। राइट है ना, तो आप ही सोचो कि आखिरी दिनों के 400 मीटर की दौड़ कित्थे हो जू जिहड़ी पिछले 6 महीनों के मैं नहीं की। राइट है, सो कहने का मतलब की है कि जिहड़ा कुछ होना परमात्मा ने
ਤੁਹਾਡੇ ਕਰਮਾਂ 'ਚ ਉਹ ਪਹਿਲੀ ਗੱਲ ਤਾਂ ਲਿਖ ਹੀ ਰੱਖਿਆ, ਰਾਈਟ। ਜਿਵੇਂ ਮੈਂ ਤਾਂ ਇਹ ਬਹੁਤ ਵਾਰੀ ਕਹਿਣਾ ਹੁੰਦਾ ਕਿ ਮੈਂ ਐਸੇ ਸਟੂਡੈਂਟ ਵੀ ਦੇਖੇ ਆ ਜਿਹੜੇ ਜਾਂਦੇ ਆ ਤੇ ਉਹਨਾਂ ਦਾ ਪੇਪਰ ਵੈਸੇ ਹੀ ਕਰੈਕ ਹੋ ਜਾਂਦਾ, ਕਿਉਂਕਿ ਸਿੱਧੀ ਜੀ ਗੱਲ ਆ, ਜੋ ਉਹਨਾਂ ਨੇ ਪੜ੍ਹਿਆ ਹੁੰਦਾ ਕਈ ਵਾਰੀ ਪੇਪਰ ਦੇ ਵਿੱਚ ਐਜ਼ ਇਟ ਇਜ਼ ਟੱਕਰ ਜਾਂਦਾ। ਪਰ ਕਈ ਵਾਰੀ ਕੀ ਹੁੰਦਾ, ਬਹੁਤ ਜ਼ਿਆਦਾ ਪੜ੍ਹਨ ਵਾਲਿਆਂ ਦਾ ਵੀ ਪੇਪਰ ਕਰੈਕ ਨਹੀਂ ਹੁੰਦਾ। ਸੋ ਇਹ ਦਿਨ ਹੀ ਡਿਸਾਈਡ ਕਰਦਾਗਾ, ਪਰ ਆਖਰੀ 7 ਦਿਨਾਂ ਦੇ ਵਿੱਚ ਜੇ ਤੁਸੀਂ ਜਿੰਨਾ ਪੜ੍ਹਿਆ ਉਸ ਨੂੰ ਰਿਵਾਈਜ਼ ਕਰ ਲਓ, ਉਹ ਜ਼ਿਆਦਾ ਬਿਹਤਰ ਆ ਰੈਦਰ ਦੈਨ ਕਿ ਤੁਸੀਂ ਮੌਕ ਟੈਸਟ ਲਗਾਓ ਤੇ ਹੁਣ ਦੇਖੋ ਕਿ ਮੈਂ 400 ਮੀਟਰ ਦੀ ਦੌੜ ਯਾਨੀ ਪੇਪਰ ਮੈਂ ਕਲੀਅਰ ਕਰ ਸਕਦਾ ਨਹੀਂ ਕਰ ਸਕਦਾ। ਹਾਂ, ਜੇ ਮੈਨੂੰ ਆਖਰੀ 7 ਦਿਨਾਂ ਦੇ ਵਿੱਚ 400 ਮੀਟਰ ਦੀ ਦੌੜ ਗਰਾਊਂਡ 'ਚ ਜਾ ਕੇ ਡੀਮੋਟੀਵੇਟ ਨਹੀਂ ਹੁੰਦਾ, ਮੈਨੂੰ ਪਤਾ ਹੀ ਹੈ ਕਿ ਮੈਂ ਜਦੋਂ ਪਹਿਲਾਂ ਨਹੀਂ ਭੱਜਿਆ ਤਾਂ ਹੁਣ ਵੀ ਕਿੱਥੇ ਭੱਜ ਲੂੰਗਾ, ਡੀਮੋਟੀਵੇਟ ਨਹੀਂ ਹੁੰਦੇ, ਫਿਰ ਮੌਕ ਟੈਸਟ ਵੀ ਲਾ ਕੇ ਦੇਖ ਲਓ, ਫਿਰ ਕੋਈ ਚੱਕਰ ਵਾਲੀ ਗੱਲ ਨਹੀਂ, ਫਿਰ ਘੱਟੋ ਘੱਟ ਆਪਾਂ ਨੂੰ ਪਤਾ ਹੀ ਲੱਗ ਜਾਊਗਾ ਵੀ ਮੈਂ ਕਿੰਨੀ ਦੌੜ ਭੱਜ ਸਕਦਾ, ਰਾਈਟ। ਫਿਰ ਐਵੇਂ ਕਰ ਲੈਣਾ ਚਾਹੀਦਾ। ਪਰ ਜੇ ਤੁਹਾਡਾ ਦਿਮਾਗ ਜ਼ਿਆਦਾਤਰ, ਮੈਂ ਇਹ ਮੰਨਦਾ ਕਿ 80 to 90% ਜਵਾਕ ਜਿਹੜੇ ਤਿਆਰੀ ਕਰਦੇ ਉਹ ਪ੍ਰੈਸ਼ਰ ਲੈਂਦੇ ਹੀ ਲੈਂਦੇ ਆ, ਐਂਡ ਉਹ ਪ੍ਰੈਸ਼ਰ ਥੋੜਾ ਨਹੀਂ ਹੁੰਦਾ, ਬਹੁਤ ਜ਼ਿਆਦਾ ਹੁੰਦਾ। ਐਂਡ ਆਖਰੀ ਦਿਨਾਂ ਦੇ ਮੌਕ ਟੈਸਟ ਜਿਹੜੇ ਹੁੰਦੇ ਆ ਉਹ ਓਬਵੀਅਸ ਗੱਲ ਆ, ਉਹ ਦਿਮਾਗ ਦੇ ਵਿੱਚ ਫਰਕ ਪਾਉਣਗੇ ਹੀ ਪਾਉਣਗੇ। ਮੈਂ ਐਸੇ ਸਟੂਡੈਂਟ ਦੇਖੇ ਆ ਜਿਹੜੇ ਮੌਕ ਟੈਸਟ ਲਾਉਣ ਤੋਂ ਬਾਅਦ ਜੇਕਰ ਉਹਨਾਂ ਦੇ 40-50 ਨੰਬਰ ਹੀ ਰਹਿ ਜਾਣ, ਉਹ ਕਮਰੇ ਦੇ ਵਿੱਚ ਤੜ ਜਾਂਦੇ ਆ ਤੇ ਉਸ ਤੋਂ ਬਾਅਦ ਨਾ ਉਹਨਾਂ ਤੋਂ ਪੜ੍ਹਿਆ ਜਾਂਦਾ। ਉਹ ਫਿਰ ਪ੍ਰੈਸ਼ਰ ਦੇ ਵਿੱਚ ਹੜਬੜਾਹਟ ਹੋ ਜਾਂਦੀ ਆ, ਕਦੇ ਕੀ ਚੱਕ ਲਿਆ ਕਦੇ ਕੀ ਚੱਕ ਲਿਆ, ਨਾ ਪਤਾ ਲੱਗਦਾ ਵੀ ਕੀ ਪੂਰਾ ਕਰਨਾ, ਨਾ ਪਤਾ ਲੱਗਦਾ ਕੀ ਅੱਧਾ ਰਹਿ ਗਿਆ ਕੀ। ਯਾਨੀ ਕਹਿਣ ਦਾ ਮਤਲਬ ਆਖਰੀ 7 ਦਿਨ ਹੁਣ ਛੱਡ ਦਿਓ, ਜਿਹੜਾ ਕੁਝ ਹੋਣਾ ਉਹ ਫਿਰ ਪੇਪਰ ਵਾਲੇ ਦਿਨ ਹੀ ਦੇਖਾਂਗੇ। ਬਸ ਹੁਣ ਤੁਸੀਂ ਆਖਰੀ 7 ਦਿਨਾਂ ਦੇ ਵਿੱਚ ਜੋ ਕੁਝ ਕੀਤਾ ਭਾਈ, ਜੋ ਕੁਝ ਤੁਸੀਂ ਕੀਤਾ ਉਸ ਨੂੰ ਰਿਵਾਈਜ਼ ਕਰ ਲੈਣਾ। ਕਰੰਟ ਫਿਰ ਪਿਛਲੇ 6 ਮਹੀਨਿਆਂ ਦੇ ਵੈਸੇ ਵੀ ਕਰਨੇ ਚਾਹੀਦੇ, ਚਾਹੇ ਨਾਈਲਟ ਨੇ ਕੁਐਸਚਨ ਪੁੱਛਣਾ ਚਾਹੇ ਨਹੀਂ ਪੁੱਛਣਾ। ਨਾਈਲਟ ਦੇ ਪੇਪਰ ਚੱਕ ਕੇ ਦੇਖ ਲਓ, ਕਦੇ ਇਹ ਕਰੰਟ ਫਿਰ ਬਹੁਤ ਪੁੱਛ ਲੈਂਦੇ, ਕਦੇ ਪੇਪਰ ਨਹੀਂ ਪੁੱਛਦੀ। ਸੋ ਇਹਨਾਂ ਏਜੰਸੀਆਂ ਵਗੈਰਾ ਦੀ ਗੱਲ ਕਰਨ ਦੀ ਕੋਈ ਬੜੀ ਜ਼ਿਆਦਾ ਲੋੜ ਹੁਣ ਨਹੀਂ ਬਣਦੀ। ਜੇ ਬਣਦੀ ਸੀ ਤਾਂ ਫਿਰ ਉਹ ਪਹਿਲਾਂ ਬਣਦੀ ਸੀ, ਹੁਣ ਛੱਡੋ ਪਰੇ। ਹੁਣ ਜਿਹੜਾ ਕੁਝ ਹੋਣਾ ਪਈ ਉਹ ਪੇਪਰ ਵਾਲੇ ਦਿਨ ਹੀ ਹੋਣਾ। ਤੁਸੀਂ ਘੱਟੋ ਘੱਟ ਜੋ ਪੜ੍ਹਿਆ ਉਸ ਨੂੰ ਰਿਵਾਈਜ਼ ਕਰੋ। ਮੈਂ ਵਾਰ-ਵਾਰ ਬੋਲ ਰਿਹਾ ਹਾਂ। ਤੇ ਬਾਕੀ ਫਿਰ ਉਹੀ ਗੱਲ ਆ ਕਿ ਮੈਂ ਇਹੋ ਜਿਹੀਆਂ ਵੀਡੀਓਆਂ ਬਹੁਤ ਦੇਰ ਬਾਅਦ ਤੇ ਬਹੁਤ ਐਂ ਕਹ ਲਓ ਵੀ ਆਪਦੇ ਦਿਮਾਗ ਨੂੰ ਸੈੱਟ ਕਰਕੇ ਪਾਉਣਾ ਹੁੰਦਾ। ਮੇਰਾ ਇਹੋ ਜਿਹੇ ਵੀਡੀਓਜ਼ ਪਾਉਣ ਦਾ ਜੀ ਨਹੀਂ ਕਰਦਾ। ਮੇਰਾ ਇਹ ਮੰਨਣਾ ਕਿ ਇਹ ਸਟ੍ਰੈਟਜੀ ਵੀਡੀਓ ਵੀ ਉਹੀ ਦੇਖ ਰਿਹਾ ਜਿਹਦੀ ਤਿਆਰੀ ਦੇ ਵਿੱਚ ਥੋੜੀ ਬਹੁਤ ਕਮੀ ਆ, ਇਹ ਮੇਰਾ ਮੰਨਣਾ। ਤੇ ਜਿਹਦੀ ਤਿਆਰੀ ਹੈ ਜਾਂ ਜਿਹਨੂੰ ਪਤਾ ਕਿ ਉਹਨੇ ਕਰਨਾ ਕੀ ਹੈ, ਉਹ ਮੈਨੂੰ ਲੱਗਦਾ ਨਹੀਂ ਕਿ ਉਹ ਸਟ੍ਰੈਟਜੀ ਵੀਡੀਓ ਦੇਖਣ ਦੇ ਯਾਨੀ ਉਹ ਦੇਖੂਗਾ ਸਟ੍ਰੈਟਜੀ ਵੀਡੀਓ, ਮੈਨੂੰ ਨਹੀਂ ਲੱਗਦਾ। ਪਰ ਜੇ ਫਿਰ ਵੀ ਤੁਸੀਂ ਚਲੋ ਮੇਰੇ ਤੇ ਯਕੀਨ ਕਰਕੇ, ਕਈ ਵਾਰੀ ਹੁੰਦਾ ਆਪਾਂ ਨੂੰ ਟੀਚਰ ਤੇ ਇੱਕ ਯਕੀਨ ਹੁੰਦਾ ਵੀ ਚਲੋ ਯਾਰ ਇਹਦੀਆਂ ਗੱਲਾਂ ਬਾਤਾਂ ਸੁਣ ਲਈਏ, ਤਾਂ ਸੁਣ ਲੀਆਂ। ਹੁਣ ਆਪਦਾ ਨੈਟ ਬੰਦ ਕਰਕੇ, ਕਿਤਾਬਾਂ ਬੰਦ ਕਰਕੇ, ਆਪਦਾ ਕਿਤਾਬਾਂ ਕਹਿ ਗਿਆ ਮੈਂ, ਕਿਤਾਬਾਂ ਨਾ ਬੰਦ ਕਰ ਦਿਓ, ਯਾਨੀ ਨੈਟ ਵਗੈਰਾ ਬੰਦ ਕਰਕੇ ਆਪਣੀ ਰਿਵੀਜ਼ਨ ਕਰ ਲਓ, ਜਾਂ ਫਿਰ ਜਿਹੜੇ ਤੁਹਾਨੂੰ ਟੀਚਰ ਆ ਉਹਨਾਂ ਦੇ ਮੈਗਾ ਸੈਸ਼ਨਸ ਵਗੈਰਾ ਲਗਾ ਲਓ। ਐਂਡ ਮੈਂ ਹਮੇਸ਼ਾ ਕਿਹਾ ਕਿ ਲਾਈਵ ਲੈਕਚਰ ਤੋਂ ਬਚਿਆ ਕਰੋ। ਲਾਈਵ ਲੈਕਚਰ ਜੇਕਰ ਲਗਾਓਗੇ ਤਾਂ ਉਹ ਸੱਚੀ ਟਾਈਮ ਵੇਸਟ ਆ। ਲਾਈਵ ਲੈਕਚਰ ਨੂੰ ਤੁਸੀਂ ਬਾਅਦ ਦੇ ਵਿੱਚ ਰਿਕਾਰਡਡ ਵੀਡੀਓਜ਼ ਦੇ ਵਿੱਚ ਦੇਖੋਗੇ ਜਾ ਕੇ, ਥੋੜੀ ਜਿਹੀ ਸਪੀਡ ਵਧਾ ਕੇ, ਤਾਂ ਤੁਹਾਡਾ ਨਾ ਤਾਂ ਟਾਈਮ ਵੇਸਟ ਹੋਊਗਾ। ਲਾਈਵ ਦੇ ਵਿੱਚ ਤੁਸੀਂ ਕਮੈਂਟ ਬਾਕਸ ਦੇ ਵਿੱਚ ਗੱਲਾਂ ਬਾਤਾਂ ਕਰੀ ਜਾਓਗੇ ਜਾਂ ਫਿਰ ਕਮੈਂਟ ਪੜ੍ਹੀ ਜਾਓਗੇ ਵੀ ਦੂਸਰੇ ਕੀ ਕਹਿ ਰਹੇ ਆ, ਵਿੱਚ ਹਾਸੀਆਂ ਖੇਡੀਆਂ ਫਲਾਨਾ ਧਿਉਂਕਾ, ਇਹੋ ਜਿਹਾ ਨਾ ਕਰੋ। ਕਿਉਂਕਿ ਕਦੇ ਨਾ ਕਦੇ ਤੁਹਾਨੂੰ ਸੀਰੀਅਸ ਤਾਂ ਹੋਣਾ ਹੀ ਪੈਣਾ ਜੇ ਤੁਸੀਂ ਪੇਪਰ ਕਰੈਕ ਕਰਨਾ। ਨਹੀਂ ਫਿਰ ਲਾਡੀਆਂ ਪਾਡੀਆਂ ਫਲਾਨਾ ਧਿਉਂਕਾ ਉਹ ਤਾਂ ਤੁਹਾਡਾ ਆਈ ਰਹਿ ਜਾਣਾ। ਕਦੇ ਨਾ ਕਦੇ ਤੁਹਾਨੂੰ ਸੀਰੀਅਸ ਹੋਣਾ ਹੀ ਪੈਣਾ ਜੇ ਕਿਸੇ ਚੀਜ਼ ਨੂੰ ਪਾਉਣਾਗਾ, ਰਾਈਟ। ਸੋ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ, ਮੈਨੂੰ ਲੱਗਦਾ ਤੁਹਾਨੂੰ ਸਾਰੀਆਂ ਚੀਜ਼ਾਂ ਸਮਝ ਲੱਗ ਗਈਆਂ ਹੋਣਗੀਆਂ। ਮੈਂ ਫਿਰ ਵੀ ਇੱਕ ਰਿਮਾਈਂਡ ਕਰ ਲੈਣਾ ਕਿ ਕੁਝ ਰਹਿ ਨਾ ਗਿਆ ਹੋਵੇ, ਹੈ ਨਾ। ਕੀ ਕਰਨਾ ਤੇ ਕੀ ਛੱਡਣਾ, ਉਹੀ ਗੱਲ ਆ ਵੀ ਜਿਹੜਾ ਕੁਝ ਕੀਤਾ ਹੋਇਆ ਬਸ ਉਸੇ ਨੂੰ ਹੀ ਕਰਨਾ, ਨਵੀਆਂ ਚੀਜ਼ਾਂ। ਹਾਂ, ਜੇ ਐਕਸਾਈਜ਼ ਇੰਸਪੈਕਟਰ ਦਾ ਭਾਈ ਮੌਕ ਟੈਸਟ ਜ਼ਰੂਰ ਲਾ ਲਓ, ਫਿਰ ਲਾਉਣੇ ਚਾਹੀਦੇ ਆ। ਫਿਰ ਤੁਹਾਨੂੰ ਘੱਟੋ ਘੱਟ ਆਹੀ ਮੂਹਰਲੇ ਦਿਨਾਂ 'ਚ ਕਹਿ ਰਿਹਾ, ਆਖਰੀ ਦਿਨਾਂ 'ਚ ਨਹੀਂ, ਆਖਰੀ 7 ਦਿਨ ਤੱਕ ਐਕਸਾਈਜ਼ ਇੰਸਪੈਕਟਰ ਦੀ ਵੀ ਸਟ੍ਰੈਟਜੀ ਇਹ ਆ। ਉਦੋਂ ਨਹੀਂ ਮੈਂ ਦੁਬਾਰਾ ਵੀਡੀਓ ਪਾਉਣ ਵਾਲਾ, ਰਾਈਟ। ਸੋ ਕਹਿਣ ਦਾ ਮਤਲਬ ਕੀ ਹੈ ਕਿ ਮੌਕ ਟੈਸਟ ਲਾਉਣੇ ਤਾਂ ਹੁਣੇ ਤੋਂ ਲਾ ਲਓ ਜੇ ਤੁਸੀਂ ਐਕਸਾਈਜ਼ ਇੰਸਪੈਕਟਰ ਦੀ ਤਿਆਰੀ ਕਰਦੇ ਹੋ, ਨਹੀਂ ਤਾਂ ਭਾਈ ਹੁਣ ਖੇੜਾ ਛੱਡ ਦਿਓ। ਬਾਕੀ ਟੈਲੀਗ੍ਰਾਮ ਆ ਜਿਹੜਾ ਆਪਣੇ ਵਾਲਾ, ਉਹਨੂੰ ਜ਼ਰੂਰ ਇੰਸਟਾਲ ਕਰਕੇ ਨਾ ਇੱਕ ਵਾਰੀ ਮਤਲਬ ਉਹਨੂੰ ਜੁਆਇਨ ਕਰ ਲਓ। ਉੱਥੇ ਮੈਂ ਸੋਚਦਾ ਵੀ ਕੁਛ ਨਾ ਕੁਛ ਤੁਹਾਨੂੰ ਮਾੜਾ ਮੋਟਾ ਮਟੀਰੀਅਲ ਆ ਜਿਹੜਾ ਕਰੰਟ ਅਫੇਅਰ ਦਾ ਮੈਗਜ਼ੀਨ ਵਗੈਰਾ ਉਹ ਪ੍ਰੋਵਾਈਡ ਕਰਵਾਉਂਦਾ ਤਾਂ ਕਿ ਤੁਸੀਂ ਪੜ੍ਹ ਲਓ। ਪਰ ਫਿਰ ਉਹੀ ਗੱਲ ਆ ਜਾਂਦੀ ਹੈ ਭਾਈ ਜਿੱਥੋਂ ਤੁਸੀਂ ਪਹਿਲਾਂ ਪੜ੍ਹ ਰਹੇ ਹੋ ਉਹ ਜ਼ਿਆਦਾ ਬਿਹਤਰ ਹੈ, ਹੁਣ ਉਹਨਾਂ ਨੂੰ ਹੀ ਜ਼ਿਆਦਾ ਰਿਵਾਈਜ਼ ਕਰੋ। ਅੱਛਾ, ਰਹਿੰਦਾ ਕੁਛ ਨਹੀਂ। ਹੁਣ ਮੇਰੇ ਹਿਸਾਬ ਨਾਲ ਸਟ੍ਰੈਟਜੀ ਦੀ ਗੱਲ ਕਰ ਲਈ, ਨਾਈਲਟ ਦੀ ਗੱਲ ਕਰ ਲਈ, ਆਪਾਂ ਮੌਕ ਟੈਸਟ ਦੀ ਗੱਲ ਕਰ ਲਈ, ਹੋਰ ਬਹੁਤਾ ਜ਼ਿਆਦਾ ਹੈ ਵੀ ਨਹੀਂ। ਤੇ ਬਾਕੀ ਬਾਹਲੇ ਜ਼ਿਆਦਾ ਸੋਚਣ ਦੀ ਭਾਈ ਲੋੜ ਨਹੀਂ, ਜਿੰਨੀ ਤੁਸੀਂ ਤਿਆਰੀ ਕਰ ਰੱਖੀ ਹੈ ਨਾ, ਜੇ ਪ੍ਰਮਾਤਮਾ ਨੇ ਤੁਹਾਡਾ ਹੱਥ ਫੜਨਾ ਤਾਂ ਫੜ ਹੀ ਲੈਣਾ, ਇਹ ਮੇਰੀ ਗਰੰਟੀ ਆ, ਰਾਈਟ ਆ। ਐਂਡ ਜੇ ਮੰਨ ਲਓ ਨਹੀਂ ਵੀ ਫੜਨਾ ਤਾਂ ਹੋ ਸਕਦਾ ਅਗਲੇ ਪੇਪਰ ਦੇ ਵਿੱਚ ਫੜਨਾ ਹੋਵੇ, ਕੋਈ ਚੱਕਰ ਵਾਲੀ ਗੱਲ ਨਹੀਂ। ਤੁਸੀਂ ਆਪਣੇ ਤੇ ਯਕੀਨ ਰੱਖਣਾ, ਆਪਣੇ ਤੇ ਯਕੀਨ ਬਣਾਈ ਰੱਖੋ ਕਿ ਹਾਂ ਯਾਰ ਮੈਂ ਤਿਆਰੀ ਕੀਤੀ ਹੈ ਤੇ ਮੈਂ ਪੇਪਰ ਕਰੈਕ ਕਰ ਸਕਦਾ, ਬਸ ਗੱਲ ਖਤਮ ਹੈ। ਐਂਡ ਪ੍ਰੋਪਰ ਤਰੀਕੇ ਨਾਲ ਰਿਵੀਜ਼ਨ ਕਰੋ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ, ਬਾਬਾ ਨਾਨਕ ਮਿਹਰ ਕਰੇ। ਤੇ ਬਾਕੀ ਮੈਂ ਬਹੁਤ ਸਾਰੇ ਹੋਰ ਲੈਕਚਰ ਲੈ ਕੇ ਆਊਂਗਾ ਜਿਹੜੇ ਮੈਗਾ ਸੈਸ਼ਨਸ ਵਗੈਰਾ। ਸੋ ਬਣੇ ਰਹੋ ਭਾਈ ਚੈਨਲ ਤੇ। ਥੈਂਕ ਯੂ ਸੋ ਮਚ। ਆਪਾਂ ਹੋਰ ਨਵੀਂ ਵੀਡੀਓ ਨਾਲ ਮਿਲਦੇ ਰਹਾਂਗੇ। ਬਾਬਾ ਨਾਨਕ ਮਿਹਰ ਕਰੇ, ਚੜ੍ਹਦੀ ਕਲਾ ਚ ਰੋਜ਼ ਤੱਕ ਪੜ੍ਹਦੇ ਰਹੋ। ਥੈਂਕ ਯੂ ਸੋ ਮਚ।